ਮੇਰੀ 10 ਸਾਲ ਦੀ ਕੁੜੀ ਦਾ ਪੇਟ ਫੁੱਲਣ ਲੱਗ ਪਿਆ ਸੀ ਤੇ ਮੈਂ ਦੇਖ ਕੇ ਡਰ ਗਈ ਸੀ ਕਿ ਪਤਾ ਨਹੀਂ ਇਹ ਕੀ ਹੋ ਰਿਹਾ ਹੈ। ਮੇਰੀ ਨੂੰਹ ਕਹਿਣ ਲੱਗੀ, ਮੰਮੀ ਜੀ ਆਪਾਂ ਇਸ ਦਾ ਚੈੱਕਅਪ ਕਰਵਾਉਂਦੇ ਹਾਂ। ਤੇ ਮੈਂ ਦਿਲ ਹੀ ਦਿਲ ਵਿੱਚ ਰੱਬ ਨੂੰ ਅਰਦਾਸ ਕਰ ਰਹੀ ਸੀ ਕਿ ਅਜਿਹਾ ਕੁਝ ਨਾ ਹੋਵੇ ਜਿਸ ਕਰਕੇ ਸਾਡੀ ਥੂ ਹੋ ਜਾਵੇ। ਮੈਂ ਤੇ ਮੇਰੀ ਨੂੰਹ ਡਾਕਟਰ ਕੋਲ ਗਏ ਤਾਂ ਡਾਕਟਰ ਨੇ ਦੇਖਦੇ ਹੀ ਬੋਲ ਦਿੱਤਾ ਸੀ ਕਿ ਤੁਹਾਡੀ ਕੁੜੀ ਪ੍ਰੈਗਨੈਂਟ ਹੈ ਤੇ ਇਸ ਨੂੰ ਤਕਰੀਬਨ 5 ਮਹੀਨੇ ਹੋ ਚੁੱਕੇ ਹਨ। ਇਹ ਸੁਣਦੇ ਹੀ ਮੈਂ ਸੁੰਨ ਹੋ ਗਈ। ਮੇਰਾ ਦਿਲ ਘਬਰਾ ਗਿਆ। ਮੈਂ ਨਸੀਬੋ ਵੱਲ ਦੇਖਿਆ ਤਾਂ ਉਸ ਨੂੰ ਦੇਖ ਕੇ ਅਜਿਹਾ ਕੁਝ ਨਹੀਂ ਲੱਗ ਰਿਹਾ ਸੀ ਕਿ ਕਿਸੇ ਨੇ ਉਸ ਨਾਲ ਗਲਤ ਕੰਮ ਕੀਤਾ ਹੈ। ਹੁਣ ਮੈਂ ਆਪਣੀ ਧੀ ਨੂੰ ਸਾਰਿਆਂ ਤੋਂ ਲੁਕੋ ਕੇ ਰੱਖਦੀ ਸੀ ਕਿਉਂਕਿ ਜੇਕਰ ਕਿਸੇ ਨੂੰ ਪਤਾ ਵੀ ਲੱਗ ਜਾਂਦਾ ਜਾਂ ਉਸ ਨੂੰ ਕੋਈ ਦੇਖ ਵੀ ਲੈਂਦਾ ਤਾਂ ਸਾਡਾ ਸਭ ਦਾ ਜਿਉਣਾ ਔਖਾ ਹੋ ਜਾਣਾ ਸੀ। ਮੈਂ ਆਪਣੀ ਨੂੰਹ ਨੂੰ ਵੀ ਕਿਹਾ ਸੀ ਕਿ ਉਹ ਇਹ ਗੱਲ ਆਪਣੇ ਪਤੀ ਨੂੰ ਵੀ ਨਾ ਦੱਸੇ। ਆਪਾਂ ਜਲਦੀ ਹੀ ਇਸ ਦਾ ਕੋਈ ਨਾ ਕੋਈ ਹੱਲ ਕੱਢ ਲਵਾਂਗੇ ਕਿਉਂਕਿ ਇਸ ਤਰ੍ਹਾਂ ਤੋਂ ਗੁਜ਼ਾਰਾ ਨਹੀਂ ਹੋ ਸਕਦਾ। ਮੇਰੀ ਨੂੰਹ ਵੀ ਮੇਰੀ ਗੱਲ ਸਮਝ ਚੁੱਕੀ ਸੀ। ਉਸ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਉਹ ਨਸੀਬੋ ਦੀ ਇਹ ਗੱਲ ਕਿਸੇ ਨੂੰ ਨਹੀਂ ਦੱਸੇਗੀ। ਮੈਨੂੰ ਆਪਣੀ ਬੱਚੀ ਲਈ ਹਰ ਵੇਲੇ ਡਰ ਜਿਹਾ ਲੱਗਾ ਰਹਿੰਦਾ ਸੀ। ਇੱਕ ਦਿਨ ਮੈਂ ਆਪਣੀ ਕੁੜੀ ਨੂੰ ਸਟੋਰ ਰੂਮ ਵਿੱਚ ਸਵਾ ਦਿੱਤਾ ਤੇ ਮੈਂ ਉਸਦੇ ਕਮਰੇ ਵਿੱਚ ਸੋ ਗਈ ਤਾਂ ਜੋ ਪਤਾ ਚੱਲ ਸਕੇ ਕਿ ਕੌਣ ਆਉਂਦਾ ਹੈ ਜਾਂ ਫਿਰ ਕਿਸੇ ਨੇ ਬਾਹਰ ਤੋਂ ਹੀ। ਮੈਨੂੰ ਉਸਦੇ ਬੈੱਡ ਤੇ ਪਏ ਹੋਏ ਕੁਝ ਹੀ ਸਮਾਂ ਹੋਇਆ ਸੀ ਕਿ ਪੈਰਾਂ ਦੀ ਆਵਾਜ਼ ਸੁਣ ਕੇ ਮੈਂ ਉੱਠ ਗਈ ਤੇ ਦੇਖ ਕੇ ਹੈਰਾਨ ਹੋ ਗਈ ਕਿ ਇਹ ਤਾਂ ਮੇਰਾ ਨਾਮ ਜਮਨਾ ਹੈ ਤੇ ਮੇਰੀ ਉਮਰ 25 ਸਾਲ ਦੀ ਸੀ ਜਦੋਂ ਮੈਂ ਵਿਆਹ ਕੇ ਆਪਣੇ ਸਹੁਰੇ ਘਰ ਆ ਗਈ ਸੀ। ਮੇਰੇ 2 ਬੱਚੇ ਸਨ। ਪਹਿਲਾ ਬੱਚਾ ਤਾਂ ਵਿਆਹ ਤੋਂ 1 ਸਾਲ ਬਾਅਦ ਹੀ ਹੋ ਗਿਆ ਸੀ ਜੋ ਕਿ ਮੁੰਡਾ ਸੀ, ਪਰ ਮੈਨੂੰ ਕੁੜੀ ਦਾ ਬਹੁਤ ਸ਼ੌਂਕ ਸੀ। ਮੈਂ ਚਾਹੁੰਦੀ ਸੀ ਕਿ ਮੇਰੀ ਵੀ ਧੀ ਹੋਵੇ। ਮੇਰੇ ਪਤੀ ਅਕਸਰ ਕਹਿੰਦੇ ਸਨ ਕਿ ਜੇਕਰ ਸਾਡੇ ਨਸੀਬ ਵਿੱਚ ਕੁੜੀ ਦਾ ਪਿਆਰ ਹੋਇਆ ਤਾਂ ਰੱਬ ਜ਼ਰੂਰ ਦੇਵੇਗਾ। ਤੂੰ ਹਰ ਵੇਲੇ ਰੋਂਦੀ ਨਾ ਰਿਹਾ ਕਰ। ਹਰ ਕੰਮ ਵਿੱਚ ਕੋਈ ਨਾ ਕੋਈ ਫਾਇਦਾ ਜ਼ਰੂਰ ਹੁੰਦਾ ਹੈ। ਰੱਬ ਦੇ ਫੈਸਲਿਆਂ ਤੇ ਯਕੀਨ ਰੱਖਣਾ ਚਾਹੀਦਾ ਹੈ। ਮੈਂ ਜਦੋਂ ਵੀ ਕੁੜੀ ਹੋਣ ਦਾ ਨਾਮ ਲੈਂਦੀ ਤਾਂ ਮੇਰੇ ਪਤੀ ਮੈਨੂੰ ਇਸ ਤਰ੍ਹਾਂ ਸਮਝਾਉਂਦੇ ਸੀ। ਮੈਂ ਦੂਜੀ ਔਲਾਦ ਲਈ ਬਹੁਤ ਅਰਦਾਸਾਂ ਕੀਤੀਆਂ ਸਨ। ਪਰਮਾਤਮਾ ਨੇ ਮੇਰੀ ਅਰਦਾਸ ਸੁਣ ਲਈ ਤੇ ਮੈਂ ਪ੍ਰੈਗਨੈਂਟ ਹੋ ਗਈ। ਉਸ ਵੇਲੇ ਮੇਰਾ ਮੁੰਡਾ 15 ਸਾਲਾਂ ਦਾ ਸੀ। ਪਹਿਲੇ ਬੱਚੇ ਦੇ ਇੰਨਾ ਵੱਡਾ ਹੋਣ ਕਾਰਨ ਦੂਜੇ ਬੱਚੇ ਦੀ ਖੁਸ਼ਖਬਰੀ ਸੁਣਨਾ ਕੁਝ ਅਜੀਬ ਸੀ, ਪਰ ਮੈਂ ਬਹੁਤ ਖੁਸ਼ ਸੀ ਕਿ ਮੇਰੇ ਮੁੰਡੇ ਦੀ ਵੀ ਇੱਕ ਭੈਣ ਹੋਈ ਹੈ। ਮੇਰੇ 9 ਮਹੀਨੇ ਬੜੇ ਔਖੇ ਗੁਜ਼ਰੇ ਸਨ। ਅਜੇ ਮੇਰਾ ਦੂਜਾ ਮਹੀਨਾ ਹੀ ਸੀ ਕਿ ਘਰ ਵਿੱਚ ਅੱਗ ਲੱਗ ਗਈ ਤੇ ਇੱਕ ਵਾਰ ਮੇਰੇ ਪਤੀ ਦਾ ਐਕਸੀਡੈਂਟ ਹੋ ਗਿਆ। ਇਸ ਤਰ੍ਹਾਂ ਪੂਰੇ 9 ਦੇ 9 ਮਹੀਨੇ ਕੋਈ ਨਾ ਕੋਈ ਅਪਸ਼ਗਨ ਹੁੰਦਾ ਰਿਹਾ। ਲੋਕਾਂ ਨੇ ਮੇਰੇ ਹੋਣ ਵਾਲੇ ਬੱਚੇ ਨੂੰ ਬਹੁਤ ਸਾਰੇ ਗਲਤ ਨਾਵਾਂ ਨਾਲ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ, ਪਰ ਮੈਨੂੰ ਆਪਣੇ ਰੱਬ ਤੇ ਪੂਰਾ ਭਰੋਸਾ ਸੀ ਕਿ ਇਹ ਸਭ ਤਾਂ ਕਰਮਾਂ ਦੀ ਖੇਡ ਹੈ, ਨਹੀਂ ਤਾਂ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਤੇ ਨਾ ਹੀ ਕੋਈ ਬੱਚਾ ਜਾਂ ਇਨਸਾਨ ਮਾੜਾ ਹੁੰਦਾ ਹੈ। ਮੇਰੇ 9 ਮਹੀਨੇ ਪੂਰੇ ਹੋ ਚੁੱਕੇ ਸਨ। ਡਿਲੀਵਰੀ ਦਾ ਟਾਈਮ ਨੇੜੇ ਸੀ। ਡਾਕਟਰ ਨੇ ਮੇਰੇ ਪਤੀ ਨੂੰ ਹੌਸਲਾ ਦਿੱਤਾ ਤੇ ਆਪਰੇਸ਼ਨ ਥੀਏਟਰ ਵਿੱਚ ਆ ਗਏ। ਉਹ ਸਮਾਂ ਮੇਰੇ ਪਤੀ ਲਈ ਬਹੁਤ ਔਖਾ ਸੀ। ਰੱਬ ਨੇ ਸਾਡੀਆਂ ਆਸਾਂ ਨੂੰ ਬੂਰ ਪਾ ਦਿੱਤਾ ਤੇ ਪਰੀਆਂ ਵਰਗੀ ਮੇਰੀ ਬੇਟੀ ਗੋਦੀ ਵਿੱਚ ਪਾ ਦਿੱਤੀ। ਮੇਰੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸਨ। ਮੈਂ ਬਹੁਤ ਖੁਸ਼ ਸੀ ਕਿ ਪਰਮਾਤਮਾ ਨੇ ਮੈਨੂੰ ਧੀ ਦੀ ਦਾਤ ਬਖਸ਼ੀ ਹੈ। ਮੈਂ ਆਪਣੀ ਕੁੜੀ ਦਾ ਨਾਮ ਨਸੀਬੋ ਰੱਖਿਆ ਸੀ। ਮੇਰਾ ਬੇਟਾ ਰਮਨ ਆਪਣੀ ਭੈਣ ਦਾ ਬਹੁਤ ਖਿਆਲ ਰੱਖਦਾ ਸੀ, ਪਰ ਜਦੋਂ ਵੀ ਉਹ ਸਕੂਲ ਤੋਂ ਆਉਂਦਾ ਤਾਂ ਅਕਸਰ ਗੁੰਮਸੁੰਮ ਰਹਿੰਦਾ ਸੀ। ਮੈਂ ਕਈ ਵਾਰ ਉਸ ਤੋਂ ਪੁੱਛਿਆ ਕਿ ਬੇਟਾ ਕੀ ਗੱਲ ਹੈ, ਤਾਂ ਉਸਨੇ ਕਿਹਾ ਕਿ ਸਕੂਲ ਦੇ ਬੱਚੇ ਮੈਨੂੰ ਚਿੜਾਉਂਦੇ ਹਨ ਕਿ ਤੂੰ 15 ਸਾਲਾਂ ਦਾ ਹੋ ਚੁੱਕਿਆ ਹੈ ਤੇ ਤੇਰੇ ਮਾਂ-ਬਾਪ ਨੇ ਹੁਣ ਬੇਟੀ ਪੈਦਾ ਕੀਤੀ ਹੈ। ਅਸੀਂ ਅਕਸਰ ਅਜਿਹੀਆਂ ਗੱਲਾਂ ਤੇ ਬੱਚਿਆਂ ਨੂੰ ਬਹੁਤ ਮਾਰਦੇ ਹਾਂ ਜਾਂ ਫਿਰ ਝਿੜਕ ਕੇ ਚੁੱਪ ਕਰਵਾ ਦਿੰਦੇ ਹਾਂ, ਪਰ ਬੱਚੇ ਸਭ ਸਮਝਦੇ ਹਨ। ਸਾਡਾ ਜ਼ਮਾਨਾ ਹੋਰ ਸੀ।
ਅੱਜ-ਕੱਲ੍ਹ ਦੇ ਬੱਚਿਆਂ ਦੇ ਆਪਣੇ ਮਸਲੇ ਇੰਨੇ ਵੱਧ ਗਏ ਹਨ ਕਿ ਉਹ ਅਕਸਰ ਡਿਪਰੈਸ਼ਨ ਦਾ ਸ਼ਿਕਾਰ ਰਹਿੰਦੇ ਹਨ। ਜਦੋਂ ਰਮਨ ਨੇ ਮੈਨੂੰ ਇਹ ਗੱਲ ਦੱਸੀ ਤਾਂ ਇੱਕ ਪਲ ਲਈ ਮੈਂ ਸੋਚਾਂ ਵਿੱਚ ਪੈ ਗਈ, ਕਿਉਂਕਿ ਆਪਣੇ ਬੇਟੇ ਨੂੰ ਦੱਸਣ ਲਈ ਮੇਰੇ ਕੋਲ ਕੁਝ ਨਹੀਂ ਸੀ। ਫਿਰ ਕੁਝ ਸੋਚ ਕੇ ਮੈਂ ਉਸ ਕੋਲ ਬੈਠ ਗਈ ਤੇ ਮੈਂ ਉਸ ਨੂੰ ਦੱਸਿਆ ਕਿ ਬੇਟਾ, ਇਹ ਤਾਂ ਰੱਬ ਦੀ ਦੇਣ ਹੈ ਤੇ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿ ਤੇਰੀ ਭੈਣ ਆਈ ਹੈ, ਜਿਸ ਨਾਲ ਤੂੰ ਹਰ ਦੁੱਖ ਸੁੱਖ ਵੰਡ ਸਕਦਾ ਹੈ ਜਦੋਂ ਉਹ ਵੱਡੀ ਹੋਵੇਗੀ। ਮੈਂ ਉਸ ਨੂੰ ਸਮਝਾਇਆ ਕਿ ਜੇਕਰ ਕੱਲ੍ਹ ਨੂੰ ਮੈਂ ਤੇ ਤੇਰੇ ਪਾਪਾ ਇਸ ਦੁਨੀਆ ਵਿੱਚ ਨਹੀਂ ਰਹੇ ਤਾਂ ਤੂੰ ਇਕੱਲਾ ਹੋਵੇਂਗਾ। ਤੈਨੂੰ ਕੋਈ ਪਰੇਸ਼ਾਨੀ ਹੋਵੇਗੀ ਤਾਂ ਕੀ ਤੂੰ ਉਸ ਨੂੰ ਲੋਕਾਂ ਨਾਲ ਵੰਡਦਾ ਫਿਰੇਂਗਾ? ਤਾਂ ਉਹਨੇ ਕਿਹਾ, ਨਹੀਂ ਮੰਮੀ। ਤਾਂ ਮੈਂ ਉਸ ਨੂੰ ਦੱਸਿਆ ਕਿ ਬੇਟਾ, ਤੂੰ ਹਰ ਗੱਲ ਆਪਣੀ ਭੈਣ ਨਾਲ ਕਰ ਸਕਦਾ ਹੈ। ਉਹ ਕਿਸੇ ਨੂੰ ਨਹੀਂ ਦੱਸੇਗੀ ਤੇ ਉਹ ਤੇਰਾ ਖਿਆਲ ਰੱਖੇਗੀ ਜਿਵੇਂ ਮੈਂ ਰੱਖਦੀ ਹਾਂ। ਭੈਣਾਂ ਲਈ ਭਰਾ ਬਹੁਤ ਪਿਆਰੇ ਹੁੰਦੇ ਹਨ। ਹੁਣ ਰਮਨ ਨੂੰ ਮੇਰੀ ਗੱਲ ਸਮਝ ਆ ਚੁੱਕੀ ਸੀ। ਅਸੀਂ ਸਾਰੇ ਨਸੀਬੋ ਨੂੰ ਬਹੁਤ ਪਿਆਰ ਕਰਦੇ ਸੀ। ਉਹ ਦਿਨ ਬ ਦਿਨ ਸੋਹਣੀ ਹੁੰਦੀ ਜਾ ਰਹੀ ਸੀ। ਮੈਂ ਰੋਜ਼ ਉਸ ਦੀ ਨਜ਼ਰ ਉਤਾਰਦੀ। ਇੱਕ ਵਾਰ ਨਸੀਬੋ 7 ਸਾਲ ਦੀ ਸੀ ਕਿ ਉਸ ਨੂੰ ਬੁਖਾਰ ਹੋ ਗਿਆ। ਅਸੀਂ ਪਿੰਡ ਤੇ ਸ਼ਹਿਰ ਦੇ ਸਾਰੇ ਡਾਕਟਰਾਂ ਕੋਲ ਇਲਾਜ ਕਰਵਾਇਆ ਪਰ ਉਸ ਨੂੰ ਆਰਾਮ ਨਹੀਂ ਹੋਇਆ। ਤੰਗ ਆ ਕੇ ਅਸੀਂ ਇੱਕ ਔਰਤ ਕੋਲ ਗਏ ਜਿਸ ਦਾ ਅਸੀਂ ਬਹੁਤ ਨਾਮ ਸੁਣਿਆ ਸੀ। ਉਹ ਬੱਚਿਆਂ ਤੇ ਕੁਝ ਮੰਤਰ ਪੜ੍ਹ ਕੇ ਫੂਕ ਮਾਰਦੀ ਸੀ। ਮੈਂ ਨਸੀਬੋ ਨੂੰ ਲੈ ਕੇ ਉਸ ਦੇ ਕੋਲ ਗਈ ਤਾਂ ਉਹ ਮੇਰੀ ਬੱਚੀ ਨੂੰ ਦੇਖਦੇ ਹੀ ਕਹਿਣ ਲੱਗੀ ਕਿ ਧੀਏ, ਇਸ ਦਾ ਚਿਹਰਾ ਲੁਕੋ ਕੇ ਰੱਖਿਆ ਕਰ। ਕਿਸੇ ਦਿਨ ਤੇਰੀ ਇਹ ਬੱਚੀ ਕਿਸੇ ਆਪਣੇ ਦੇ ਹੱਥੋਂ ਤਬਾਹ ਹੋ ਜਾਵੇਗੀ। ਛੋਟੀ ਉਮਰ ਵਿੱਚ ਇਹ ਤੇਰਾ ਮੂੰਹ ਕਾਲਾ ਕਰ ਦੇਵੇਗੀ। ਮੇਰੇ ਪਤੀ ਉਸ ਵੇਲੇ ਨਾਲ ਹੀ ਸਨ। ਉਹ ਸਾਨੂੰ ਦੋਨਾਂ ਨੂੰ ਲੈ ਕੇ ਫੌਰਨ ਘਰ ਆ ਗਏ ਤੇ ਮੈਨੂੰ ਬਹੁਤ ਝਿੜਕਿਆ ਕਿ ਮੈਂ ਕਿਹੋ ਜਿਹੇ ਲੋਕਾਂ ਕੋਲ ਉਹਨਾਂ ਦੀ ਬੇਟੀ ਨੂੰ ਲੈ ਕੇ ਜਾ ਰਹੀ ਹਾਂ। ਉਸ ਔਰਤ ਦੀ ਗੱਲ ਸੁਣ ਕੇ ਮੈਂ ਡਰ ਗਈ ਸੀ। ਮੈਨੂੰ ਆਪਣੀ ਬੱਚੀ ਦੀ ਕਿਸਮਤ ਤੋਂ ਡਰ ਲੱਗਣ ਲੱਗਿਆ ਸੀ। ਉਸ ਦੇ ਸਕੂਲ ਜਾਣ ਤੇ ਪੜ੍ਹਨ ਦੇ ਦਿਨ ਸਨ। ਉਸ ਔਰਤ ਦੀ ਗੱਲ ਸੁਣ ਕੇ ਮੈਂ ਉਸ ਨੂੰ ਸਕੂਲ ਵੀ ਨਹੀਂ ਜਾਣ ਦਿੱਤਾ ਤੇ ਘਰ ਬਿਠਾ ਲਿਆ। ਮੇਰੇ ਪਤੀ ਨੇ ਇਸ ਗੱਲ ਤੇ ਬਹੁਤ ਰੌਲਾ ਪਾਇਆ ਪਰ ਮੈਂ ਆਪਣੀ ਗੱਲ ਤੇ ਪੱਕੀ ਰਹੀ ਸੀ। ਹੁਣ ਨਸੀਬੋ ਸਮਝਦਾਰ ਹੋ ਚੁੱਕੀ ਸੀ। ਉਸ ਦੀ ਉਮਰ 9 ਸਾਲ ਦੀ ਸੀ। ਉਹ ਅਕਸਰ ਘਰ ਦੇ ਬਾਹਰ ਖੇਡਣ ਜਾਂਦੀ ਤੇ ਘਰ ਆ ਕੇ ਬਹੁਤ ਰੋਂਦੀ ਕਿ ਉਸ ਦਾ ਬੱਚੇ ਮਜ਼ਾਕ ਉਡਾਉਂਦੇ ਹਨ ਕਿ ਉਹ ਅਨਪੜ੍ਹ ਹੈ। ਮੈਂ ਆਪਣੀ ਬੱਚੀ ਦਾ ਦੁੱਖ ਸਮਝਦੀ ਸੀ ਪਰ ਇੱਕ ਮਾਂ ਹੋਣ ਦੇ ਨਾਤੇ ਮੈਂ ਕੀ ਕਰ ਸਕਦੀ ਸੀ। ਰਮਨ ਨੇ ਵੀ ਬਹੁਤ ਜਿੱਦ ਕੀਤੀ ਸੀ ਕਿ ਮੈਂ ਗਲਤੀ ਕਰ ਰਹੀ ਹਾਂ। ਮੈਂ ਆਪਣੀ ਭੈਣ ਨੂੰ ਆਪ ਹੀ ਸਕੂਲ ਛੱਡ ਕੇ ਆਇਆ ਕਰਾਂਗਾ ਤੇ ਲੈ ਕੇ ਵੀ ਆਵਾਂਗਾ, ਪਰ ਮੈਂ ਨਾ ਮੰਨੀ। ਹੁਣ ਰਮਨ 24 ਸਾਲਾਂ ਦਾ ਹੋ ਚੁੱਕਿਆ ਸੀ। ਉਸ ਨੇ BA ਤੱਕ ਪੜ੍ਹਾਈ ਕਰ ਲਈ ਸੀ ਤੇ ਸ਼ਹਿਰ ਦੇ ਕਿਸੇ ਵੱਡੇ ਆਫਿਸ ਵਿੱਚ ਕੰਮ ਕਰਦਾ ਸੀ। ਕਈ ਵਾਰ ਉਸ ਦੇ ਲਈ ਰਿਸ਼ਤੇ ਆ ਚੁੱਕੇ ਸਨ ਪਰ ਮੈਨੂੰ ਅਜੇ ਵੀ ਉਹ ਇੱਕ ਛੋਟਾ ਜਿਹਾ ਰਮਨ ਹੀ ਲੱਗਦਾ ਸੀ। ਕਈ ਵਾਰ ਮੈਨੂੰ ਰਿਸ਼ਤੇਦਾਰਾਂ ਨੇ ਵੀ ਕਿਹਾ ਕਿ ਬੇਟੇ ਦਾ ਵਿਆਹ ਛੇਤੀ ਹੀ ਕਰ ਦਿਓ, ਨਹੀਂ ਤਾਂ ਕਿਤੇ ਅਜਿਹਾ ਨਾ ਹੋਵੇ ਕਿ ਉਹ ਸ਼ਹਿਰ ਵਿੱਚ ਚੁੱਪਚਾਪ ਤੁਹਾਨੂੰ ਬਿਨਾਂ ਦੱਸੇ ਹੀ ਵਿਆਹ ਕਰਵਾ ਲਵੇ। ਇਹ ਗੱਲ ਸੁਣ ਕੇ ਮੈਂ ਡਰ ਗਈ ਸੀ। ਮੈਂ ਉਸਦੇ ਲਈ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੱਤੇ ਤੇ ਜਦੋਂ ਰਮਨ ਨੂੰ ਪਤਾ ਲੱਗਿਆ ਤੇ ਉਸਨੇ ਕਿਹਾ ਕਿ ਮੰਮੀ, ਤੁਸੀਂ ਜਿੱਥੇ ਕਹੋਗੇ ਮੈਂ ਵਿਆਹ ਕਰਵਾ ਲਵਾਂਗਾ। ਮੇਰੇ ਪਤੀ ਦੀ ਵੀ ਸਿਹਤ ਖਰਾਬ ਰਹਿਣ ਲੱਗੀ ਸੀ। ਉਹਨਾਂ ਨੇ ਬੇਟੇ ਦਾ ਰਿਸ਼ਤਾ ਨੇੜੇ ਦੇ ਪਿੰਡ ਵਿੱਚ ਹੀ ਤੈਅ ਕਰ ਦਿੱਤਾ। ਕੁੜੀ ਪੜ੍ਹੀ ਲਿਖੀ ਨਹੀਂ ਸੀ। ਜਦੋਂ ਮੈਂ ਮਨਾ ਕੀਤਾ ਤਾਂ ਉਸਨੇ ਕਿਹਾ ਕਿ ਮੈਂ ਹੁਣ ਜ਼ੁਬਾਨ ਦੇ ਚੁੱਕਿਆ ਹਾਂ ਤੇ ਚੰਗੀ ਕੁੜੀ ਹੈ, ਸਾਡੀ ਸੇਵਾ ਕਰੇਗੀ ਤੇ ਰਮਨ ਨੂੰ ਵੀ ਖੁਸ਼ ਰੱਖੇਗੀ। ਤੈਨੂੰ ਕਿਸ ਗੱਲ ਦਾ ਡਰ ਹੈ? ਨਸੀਬੋ ਭਾਈ ਦੇ ਵਿਆਹ ਬਾਰੇ ਸੁਣ ਕੇ ਬਹੁਤ ਖੁਸ਼ ਹੋਈ ਸੀ। ਉਸ ਵੇਲੇ ਉਹ 9 ਸਾਲ ਦੀ ਸੀ ਜਦੋਂ ਅਸੀਂ ਰਮਨ ਦਾ ਵਿਆਹ ਕਰ ਦਿੱਤਾ ਤੇ ਸਿੰਮੀ ਨੂੰ ਨੂੰਹ ਬਣਾ ਕੇ ਘਰ ਲੈ ਆਏ। ਵਿਆਹ ਦੇ 3 ਮਹੀਨਿਆਂ ਵਿੱਚ ਹੀ ਉਹ ਸਾਡਾ ਸਭ ਦਾ ਦਿਲ ਜਿੱਤ ਚੁੱਕੀ ਸੀ। ਮੈਂ ਤਾਂ ਉਸ ਨੂੰ ਦੁਆਵਾਂ ਦਿੰਦੀ ਨਹੀਂ ਥੱਕਦੀ ਸੀ ਕਿ ਰੱਬ ਨੇ ਸਾਨੂੰ ਇੰਨੀ ਚੰਗੀ ਨੂੰਹ ਦਿੱਤੀ ਹੈ। ਨਸੀਬੋ ਹਰ ਵੇਲੇ ਭਾਬੀ ਭਾਬੀ ਕਰਦੀ ਰਹਿੰਦੀ ਸੀ। ਸਿੰਮੀ ਦੇ ਆਉਣ ਤੋਂ ਬਾਅਦ ਵੀ ਰਮਨ ਨਸੀਬੋ ਨੂੰ ਜ਼ਿਆਦਾ ਸਮਾਂ ਦਿੰਦਾ ਸੀ ਜਿਵੇਂ ਵਿਆਹ ਤੋਂ ਪਹਿਲਾਂ ਦਿੰਦਾ ਹੁੰਦਾ ਸੀ। ਸਿੰਮੀ ਇਸ ਗੱਲ ਦੀ ਨਾਰਾਜ਼ਗੀ ਜ਼ਾਹਰ ਤੇ ਨਹੀਂ ਕਰ ਸਕਦੀ ਸੀ ਪਰ ਮੈਂ ਇਹ ਗੱਲ ਉਸਦੇ ਚਿਹਰੇ ਤੋਂ ਪੜ੍ਹ ਚੁੱਕੀ ਸੀ। ਮੈਂ ਰਮਨ ਨੂੰ ਇਹ ਗੱਲ ਸਮਝਾਈ ਕਿ ਬੇਟਾ, ਇਸ ਗੱਲ ਦਾ ਖਿਆਲ ਰੱਖਿਆ ਕਰ, ਪਤਨੀ ਤੇ ਭੈਣ ਦੋਨਾਂ ਨੂੰ ਬਰਾਬਰ ਸਮਾਂ ਦਿਆ ਕਰ। ਬੇਟੇ ਦੇ ਵਿਆਹ ਨੂੰ 8 ਮਹੀਨੇ ਹੋ ਚੁੱਕੇ ਸਨ
ਪਰ ਮੈਂ ਨੋਟ ਕੀਤਾ ਕਿ ਮੇਰੀ ਨੂੰਹ ਦਾ ਆਪਣੇ ਪੇਕੇ ਆਉਣਾ ਜਾਣਾ ਬਹੁਤ ਹੈ। ਉਹ ਹਫ਼ਤੇ ਵਿੱਚ 2 ਵਾਰ ਆਪਣੇ ਪੇਕੇ ਘਰ ਚੱਕਰ ਲਗਾਉਂਦੀ ਸੀ, ਜੋ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਮੈਂ ਉਸ ਨੂੰ ਮਨਾ ਕੀਤਾ ਸੀ ਤਾਂ ਉਸਨੇ ਕਿਹਾ, ਮੰਮੀ ਜੀ, ਨੇੜੇ ਦੇ ਪਿੰਡ ਵਿੱਚ ਵਿਆਹ ਕਰਵਾਉਣ ਦਾ ਇਹੀ ਤਾਂ ਫਾਇਦਾ ਹੈ, ਜਦੋਂ ਮਰਜ਼ੀ ਆਪਣੇ ਮਾਂ-ਬਾਪ ਨੂੰ ਮਿਲਣ ਚਲੇ ਜਾਓ। ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਉਸ ਦਾ ਗੱਲ ਕਰਨ ਦਾ ਢੰਗ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ। ਮੈਨੂੰ ਲੱਗਦਾ ਸੀ ਜਿਵੇਂ ਮੈਂ ਕੁਝ ਜ਼ਿਆਦਾ ਹੀ ਸੋਚ ਰਹੀ ਹਾਂ। ਇੱਕ ਦਿਨ ਮੁਹੱਲੇ ਵਿੱਚ ਕਿਸੇ ਦੇ ਘਰ ਕਿਸੇ ਬੱਚੇ ਦੇ ਜਨਮ ਦਿਨ ਦੀ ਪਾਰਟੀ ਸੀ ਤਾਂ ਮੈਂ ਉੱਥੇ ਚਲੇ ਗਈ। ਮੈਨੂੰ ਇੱਕ ਗਲੀ ਦੀ ਔਰਤ ਨੇ ਕਿਹਾ, ਜਮਨਾ, ਤੇਰੀ ਨੂੰਹ ਪਿੰਡ ਦੇ ਲੰਬੜਦਾਰ ਦੇ ਘਰ ਕਿਉਂ ਜਾਂਦੀ ਹੈ? ਤੈਨੂੰ ਨਹੀਂ ਪਤਾ ਉਹ ਕਿੰਨੇ ਖਤਰਨਾਕ ਲੋਕ ਹਨ? ਪੂਰੇ ਪਿੰਡ ਵਿੱਚ ਉਹਨਾਂ ਦੀ ਦਹਿਸ਼ਤ ਹੈ। ਤੂੰ ਉਸ ਨੂੰ ਮਨਾ ਕਿਉਂ ਨਹੀਂ ਕਰਦੀ? ਇਹ ਗੱਲ ਸੁਣ ਕੇ ਮੈਂ ਡਰ ਗਈ ਸੀ, ਕਿਉਂਕਿ ਨੂੰਹ ਨੇ ਤਾਂ ਕਦੇ ਵੀ ਲੰਬੜਦਾਰਾਂ ਦੇ ਘਰ ਜਾਣ ਦਾ ਜ਼ਿਕਰ ਮੇਰੇ ਸਾਹਮਣੇ ਨਹੀਂ ਕੀਤਾ ਸੀ। ਘਰ ਆ ਕੇ ਵੀ ਮੈਂ ਇਹ ਗੱਲ ਸੋਚਦੀ ਰਹੀ। ਨਸੀਬੋ ਵੀ ਉਹਨਾਂ ਦਿਨਾਂ ਵਿੱਚ ਕੁਝ ਚੁੱਪਚਾਪ ਜਿਹੀ ਰਹਿਣ ਲੱਗੀ ਸੀ। ਉਸ ਦਾ ਰੰਗ ਪੀਲਾ ਪੈਣ ਲੱਗਿਆ ਸੀ। ਆਪਣੀ ਧੀ ਨੂੰ ਇਸ ਤਰ੍ਹਾਂ ਦੇਖ ਕੇ ਮੈਂ ਪਰੇਸ਼ਾਨ ਸੀ ਤੇ ਜਦੋਂ ਮੈਂ ਡਾਕਟਰ ਕੋਲ ਜਾਣਾ ਚਾਹਿਆ ਤਾਂ ਨੂੰਹ ਨੇ ਮੈਨੂੰ ਰੋਕ ਦਿੱਤਾ। ਮੰਮੀ ਜੀ, ਖਾਣ ਪੀਣ ਦੀ ਹੀ ਕਮੀ ਹੈ। 7-8 ਦਿਨ ਤੱਕ ਆਪਣੀ ਨਨਾਣ ਨੂੰ ਵਧੀਆ ਖਾਣਾ ਬਣਾ ਕੇ ਖਵਾਵਾਂਗੀ ਤਾਂ ਦੇਖਿਓ ਕਿਵੇਂ ਠੀਕ ਹੁੰਦੀ ਹੈ। ਮੈਂ ਉਸ ਦੀ ਗੱਲ ਸੁਣ ਕੇ ਸੰਤੁਸ਼ਟ ਹੋ ਗਈ। ਨਸੀਬੋ ਨੂੰ ਪਿਛਲੇ 7 ਦਿਨਾਂ ਤੋਂ ਤਾਕਤ ਦੀਆਂ ਚੀਜ਼ਾਂ ਖਿਲਾ ਰਹੀ ਸੀ, ਪਰ ਉਹ ਸੀ ਕਿ ਸੁੱਕ ਕੇ ਦਿਨ ਬ ਦਿਨ ਕੰਡਾ ਹੁੰਦੀ ਜਾ ਰਹੀ ਸੀ। ਮੇਰੀ ਨੂੰਹ ਮੈਨੂੰ ਪੁੱਛ ਕੇ ਉਸ ਨੂੰ ਆਪਣੇ ਘਰ ਲੈ ਗਈ ਕਿ ਮੰਮੀ, ਇਸ ਦਾ ਉੱਥੇ ਦਿਲ ਲੱਗ ਜਾਵੇਗਾ। ਮੈਂ ਉਹਨਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਨਸੀਬੋ ਬਹੁਤ ਸੋਹਣੀ ਸੀ, ਪਰ ਹੁਣ ਉਸ ਨੂੰ ਦੇਖ ਕੇ ਕੋਈ ਵੀ ਨਹੀਂ ਕਹਿ ਸਕਦਾ ਸੀ ਕਿ ਇਹ ਪਹਿਲਾਂ ਵਾਲੀ ਨਸੀਬੋ ਹੈ। ਦਿਨ ਲੰਘਦੇ ਜਾ ਰਹੇ ਸੀ, ਪਰ ਉਸ ਦੀ ਸਿਹਤ ਵਿੱਚ ਕੁਝ ਫਰਕ ਨਾ ਆਇਆ। ਮੈਂ ਆਪਣੇ ਪਤੀ ਨੂੰ ਇਸ ਬਾਰੇ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਸ਼ਹਿਰ ਲੈ ਕੇ ਚੱਲਦੇ ਹਾਂ, ਜਿਸ ਦਿਨ ਰਮਨ ਆਵੇਗਾ। ਰਮਨ ਹੁਣ ਹਫ਼ਤੇ 10 ਦਿਨ ਬਾਅਦ ਘਰ ਆਉਣ ਲੱਗਿਆ ਸੀ। ਆਫਿਸ ਵਿੱਚ ਸ਼ਾਇਦ ਕੰਮ ਵੱਧ ਚੁੱਕਿਆ ਸੀ। ਨਸੀਬੋ ਦਾ ਜਨਮ ਦਿਨ ਆਉਣ ਵਾਲਾ ਸੀ। ਉਹ ਪੂਰੇ 10 ਸਾਲ ਦੀ ਹੋਣ ਵਾਲੀ ਸੀ। ਉਸ ਦੇ ਜਨਮ ਦਿਨ ਵਿੱਚ 2 ਮਹੀਨੇ ਰਹਿ ਗਏ ਸਨ। ਮੈਂ ਤੇ ਮੇਰੇ ਪਤੀ ਬਹੁਤ ਖੁਸ਼ ਸੀ, ਪਰ ਨਸੀਬੋ ਪਹਿਲਾਂ ਵਾਂਗੂ ਖੁਸ਼ ਨਹੀਂ ਸੀ। ਉਹ ਹਰ ਵੇਲੇ ਇੱਕ ਪਾਸੇ ਹੀ ਘੁੰਮਦੀ ਰਹਿੰਦੀ ਸੀ। ਕੋਈ ਗੱਲ ਕਰਦੇ ਤਾਂ ਉਹ ਬਸ ਸੁਣਦੀ ਹੀ ਸੀ। ਮੈਂ ਕਈ ਵਾਰ ਦੇਖਿਆ ਕਿ ਮੇਰੀ ਨੂੰਹ ਉਸ ਨੂੰ ਸਟੋਰ ਰੂਮ ਵਿੱਚ ਲੈ ਜਾਂਦੀ ਹੈ ਤੇ ਬਹੁਤ ਦੇਰ ਬਾਅਦ ਉੱਥੋਂ ਨਿਕਲਦੀ ਹੈ। ਇੱਕ ਦਿਨ ਜਦੋਂ ਮੈਂ ਆਪਣੀ ਨੂੰਹ ਤੋਂ ਪੁੱਛਿਆ ਤਾਂ ਉਹ ਕਹਿਣ ਲੱਗੀ, ਮੰਮੀ ਜੀ, ਮੈਂ ਤਾਂ ਧਿਆਨ ਵਟਾਉਣ ਲਈ ਇਸ ਨੂੰ ਪੁਰਾਣੀਆਂ ਚੀਜ਼ਾਂ ਦਿਖਾਉਂਦੀ ਹਾਂ। ਮੇਰਾ ਦਿਲ ਹਰ ਵੇਲੇ ਘਬਰਾਉਂਦਾ ਰਹਿੰਦਾ ਸੀ। ਨਸੀਬੋ ਦਾ ਢਿੱਡ ਵੀ ਵੱਡਾ ਹੁੰਦਾ ਜਾ ਰਿਹਾ ਸੀ। ਦੇਖਣ ਵਾਲਿਆਂ ਨੂੰ ਲੱਗਦਾ ਜਿਵੇਂ ਉਹ ਪ੍ਰੈਗਨੈਂਟ ਹੋ ਚੁੱਕੀ ਹੈ ਤੇ ਉਸ ਨੂੰ 7ਵਾਂ-8ਵਾਂ ਮਹੀਨਾ ਲੱਗ ਗਿਆ ਹੈ। ਮੈਂ ਆਪਣੀ ਨੂੰਹ ਨੂੰ ਕਿਹਾ ਕਿ ਤੂੰ ਇਸ ਨੂੰ ਅਕਸਰ ਆਪਣੇ ਘਰ ਲੈ ਜਾਂਦੀ ਹੈ, ਕਿ ਉੱਥੇ ਕੁਝ ਹੋਇਆ ਹੈ? ਤਾਂ ਉਸਨੇ ਕਿਹਾ, ਤੁਸੀਂ ਮੇਰੇ ਤੇ ਇਲਜ਼ਾਮ ਲਗਾ ਰਹੇ ਹੋ। ਜਦੋਂ ਤੋਂ ਮੈਂ ਇਸ ਘਰ ਵਿੱਚ ਆਈ ਹਾਂ, ਉਸ ਨੂੰ ਆਪਣੀ ਭੈਣ ਸਮਝਿਆ ਹੈ। ਮੈਂ ਆਪਣੀ ਨੂੰਹ ਨੂੰ ਇਹ ਗੱਲ ਕਿਸੇ ਨੂੰ ਵੀ ਦੱਸਣ ਤੋਂ ਮਨਾ ਕੀਤਾ। ਜਦੋਂ ਮੈਂ ਨਸੀਬੋ ਨੂੰ ਕੁਝ ਪੁੱਛਦੀ ਤਾਂ ਉਹ ਕੋਈ ਜਵਾਬ ਨਾ ਦਿੰਦੀ। ਜੇਕਰ ਇਹ ਗੱਲ ਬਾਹਰ ਜਾਂਦੀ ਤਾਂ ਪੂਰੇ ਪਿੰਡ ਵਿੱਚ ਸਾਡੀ ਇੱਜ਼ਤ ਦੀਆਂ ਧੱਜੀਆਂ ਉੱਡ ਜਾਂਦੀਆਂ। ਮੇਰਾ ਪਤੀ ਮੈਨੂੰ ਜਿਉਂਦੀ ਨੂੰ ਹੀ ਜ਼ਮੀਨ ਵਿੱਚ ਗੱਡ ਦਿੰਦਾ ਕਿ ਮੇਰੀ ਲਾਪਰਵਾਹੀ ਨਾਲ ਹੀ ਇਹ ਸਭ ਕੁਝ ਹੋਇਆ ਹੈ। ਮੈਂ ਤੇ ਨੂੰਹ ਉਸ ਨੂੰ ਰਾਤ ਨੂੰ ਲੁਕੋ ਕੇ ਡਾਕਟਰ ਕੋਲ ਲੈ ਗਏ ਤਾਂ ਡਾਕਟਰ ਨੇ ਦੇਖਦੇ ਹੀ ਅਜਿਹਾ ਰਾਜ ਖੋਲ੍ਹਿਆ ਕਿ ਮੈਂ ਤਾਂ ਉੱਥੇ ਹੀ ਢੇਰ ਹੋ ਗਈ। ਉਸਨੇ ਕਿਹਾ, ਤੁਹਾਡੀ ਬੇਟੀ ਪ੍ਰੈਗਨੈਂਟ ਹੈ ਤੇ 1 ਮਹੀਨੇ ਵਿੱਚ ਬੱਚੇ ਨੂੰ ਜਨਮ ਦੇਣ ਵਾਲੀ ਹੈ। ਮੈਂ ਡਾਕਟਰ ਨੂੰ ਕਿਹਾ ਕਿ ਤੁਸੀਂ ਇੱਕ ਵਾਰ ਟੈਸਟ ਤਾਂ ਕਰ ਲਓ। ਤਾਂ ਉਹ ਗੁੱਸੇ ਵਿੱਚ ਆ ਕੇ ਬੋਲੀ ਕਿ ਤੁਹਾਨੂੰ ਮੇਰੀ ਗੱਲ ਤੇ ਯਕੀਨ ਨਹੀਂ ਹੈ। ਡਾਕਟਰ ਤੁਸੀਂ ਹੋ ਜਾਂ ਮੈਂ, ਤੁਹਾਡੀ ਬੱਚੀ ਪ੍ਰੈਗਨੈਂਟ ਹੈ। ਪਹਿਲਾਂ ਤੁਸੀਂ ਧਿਆਨ ਨਹੀਂ ਦਿੰਦੇ, ਜਦ ਔਲਾਦ ਅਜਿਹਾ ਚੰਦ ਚੜ੍ਹਾ ਦਿੰਦੀ ਹੈ ਤਾਂ ਫਿਰ ਡਾਕਟਰ ਨੂੰ ਝੂਠਾ ਕਹਿੰਦੇ ਹੋ। ਡਾਕਟਰ ਇਹ ਗੱਲ ਕਹਿ ਕੇ ਚਲੀ ਗਈ। ਨਸੀਬੋ ਨੂੰ ਮੈਂ ਤੇ ਨੂੰਹ ਘਰ ਲੈ ਆਏ। ਉਸ ਤੋਂ ਬਾਅਦ ਉਹ ਜ਼ਿਆਦਾਤਰ ਕਮਰੇ ਵਿੱਚ ਹੀ ਰਹਿੰਦੀ ਸੀ।
ਰਮਨ ਤੇ ਉਸਦੇ ਪਾਪਾ ਜਦੋਂ ਵੀ ਨਸੀਬੋ ਬਾਰੇ ਪੁੱਛਦੇ ਤਾਂ ਮੈਂ ਝੂਠ ਬੋਲ ਦਿੰਦੀ ਕਿ ਉਹ ਮਾਸੀ ਦੇ ਘਰ ਰਹਿਣ ਗਈ ਹੈ। ਮੇਰੀ ਨੂੰ ਬਹੁਤ ਖੁਸ਼ ਸੀ ਕਿਉਂਕਿ ਰਮਨ ਉਸ ਨੂੰ ਸ਼ਹਿਰ ਲੈ ਕੇ ਜਾਣ ਵਾਲਾ ਸੀ। ਉਸ ਨੇ ਕਿਹਾ ਹੁਣ ਇਸ ਤਰ੍ਹਾਂ ਮੇਰਾ ਗੁਜ਼ਾਰਾ ਨਹੀਂ ਹੁੰਦਾ, ਸਿੰਮੀ ਨੂੰ ਮੈਂ ਸ਼ਹਿਰ ਲੈ ਕੇ ਜਾਵਾਂਗਾ, ਕੁਝ ਦਿਨ ਬਾਅਦ ਤੁਹਾਨੂੰ ਮਿਲਣ ਆਉਂਦਾ ਰਹਾਂਗਾ। ਮੈਂ ਤਾਂ ਰੋ ਰਹੀ ਸੀ ਕਿ ਬੇਟਾ ਨੂੰ ਲੈ ਕੇ ਅਲੱਗ ਹੋ ਜਾਵੇਗਾ। ਮੇਰੀ ਬੱਚੀ ਨੂੰ ਵੀ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਸੀ। ਮੈਂ ਬਹੁਤ ਪਰੇਸ਼ਾਨ ਸੀ। ਉਸ ਦਿਨ ਮੈਂ ਸੌਣ ਲਈ ਲੇਟੀ ਤਾਂ ਇੱਕਦਮ ਮੈਨੂੰ ਉਸ ਔਰਤ ਦੀ ਯਾਦ ਆ ਗਈ ਜਿਸ ਤੋਂ ਨਸੀਬੋ ਦੇ ਬੁਖਾਰ ਨੂੰ ਆਰਾਮ ਹੋਇਆ ਸੀ। ਉਸ ਨੇ ਮੈਨੂੰ ਕਿਹਾ ਸੀ ਕਿ ਆਪਣੀ ਬੇਟੀ ਨੂੰ ਲੁਕੋ ਕੇ ਰੱਖ, ਨਹੀਂ ਤਾਂ ਇਹ ਔਲਾਦ ਤੇਰਾ ਮੂੰਹ ਕਾਲਾ ਕਰਵਾਏਗੀ। ਉਸ ਔਰਤ ਦੀ ਗੱਲ ਬਿਲਕੁਲ ਸੱਚ ਸੀ। ਜਿਸ ਔਲਾਦ ਲਈ ਮੈਂ ਇੰਨੀਆਂ ਅਰਦਾਸਾਂ ਕੀਤੀਆਂ ਉਹੀ ਬੁਢਾਪੇ ਵਿੱਚ ਮੇਰੀ ਬਦਨਾਮੀ ਦਾ ਕਾਰਨ ਬਣ ਰਹੀ ਸੀ। ਸਵੇਰੇ ਨਾਸ਼ਤਾ ਕਰਨ ਤੋਂ ਬਾਅਦ ਮੈਂ ਨੂੰ ਝੂਠ ਬੋਲ ਕੇ ਉਸ ਔਰਤ ਕੋਲ ਆ ਗਈ। ਹੋ ਸਕਦਾ ਹੈ ਕਿਸੇ ਤਰ੍ਹਾਂ ਮੇਰੀ ਧੀ ਇਸ ਮੁਸ਼ਕਲ ਤੋਂ ਬਾਹਰ ਨਿਕਲ ਜਾਵੇ, ਪਰ ਮੈਨੂੰ ਉਸ ਦੇ ਪਿੰਡ ਆ ਕੇ ਪਤਾ ਚੱਲਿਆ ਕਿ ਉਹ ਤਾਂ ਦੂਸਰੇ ਪਿੰਡ ਜਾ ਚੁੱਕੀ ਹੈ। ਉਦਾਸ ਦਿਲ ਨਾਲ ਮੈਂ ਘਰ ਵਾਪਸ ਆ ਗਈ ਤੇ ਆਪਣੀ ਨੂੰਹ ਨੂੰ ਕਿਹਾ ਕਿ ਮੈਨੂੰ ਡਾਕਟਰ ਕੋਲ ਲੈ ਚੱਲ, ਹੋ ਸਕਦਾ ਹੈ ਉਹ ਮੇਰੀ ਮਦਦ ਕਰੇ। ਮੈਂ ਤੇ ਨੂੰਹ ਜਦੋਂ ਡਾਕਟਰ ਕੋਲ ਆਏ ਤਾਂ ਉਸਨੇ ਮੇਰੀ ਬੇਟੀ ਦਾ ਅਬੋਰਸ਼ਨ ਕਰਵਾਉਣ ਤੋਂ ਮਨਾ ਕਰ ਦਿੱਤਾ ਤੇ ਕਿਹਾ ਕਿ ਇਹ ਗੈਰ ਕਾਨੂੰਨੀ ਕੰਮ ਹੈ ਤੇ ਦੂਜਾ ਇਸ ਵਿੱਚ ਤੁਹਾਡੀ ਬੇਟੀ ਦੀ ਜਾਨ ਨੂੰ ਖਤਰਾ ਹੈ। ਉਹ ਹਾਲੇ ਬਹੁਤ ਛੋਟੀ ਹੈ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿੱਥੇ ਜਾ ਕੇ ਆਪਣੀ ਔਲਾਦ ਦੀ ਖੁਸ਼ੀ ਮੰਗਾਂ। ਮੈਂ ਦੁਬਾਰਾ ਫਿਰ ਉਸ ਔਰਤ ਕੋਲ ਗਈ ਤੇ ਪਰਮਾਤਮਾ ਦੀ ਕਿਰਪਾ ਨਾਲ ਦੂਜੇ ਪਿੰਡ ਵਿੱਚ ਉਹ ਮੈਨੂੰ ਮਿਲ ਗਈ। ਜਦੋਂ ਮੈਂ ਉਸ ਨੂੰ ਸਾਰੀ ਗੱਲ ਦੱਸੀ ਤਾਂ ਉਸਨੇ ਮੈਨੂੰ ਇੱਕ ਦਵਾਈ ਦਿੱਤੀ ਤੇ ਕਿਹਾ ਕਿ ਇਹ ਆਪਣੀ ਕੁੜੀ ਨੂੰ ਪਿਲਾ ਦੇਣਾ ਤੇ ਉਸ ਦੇ ਬੈੱਡ ਤੇ ਖੁਦ ਸੋ ਜਾਈਂ, ਤੈਨੂੰ ਪਤਾ ਚੱਲ ਜਾਵੇਗਾ ਤੇਰੀ ਬੱਚੀ ਕਿਵੇਂ ਪ੍ਰੈਗਨੈਂਟ ਹੋਈ ਹੈ। ਮੈਂ ਘਰ ਆ ਕੇ ਨਸੀਬੋ ਨੂੰ ਦਵਾਈ ਦੇ ਦਿੱਤੀ ਤੇ ਉਸ ਨੂੰ ਨੂੰਹ ਤੋਂ ਲੁਕੋ ਕੇ ਸਟੋਰ ਰੂਮ ਵਿੱਚ ਸੁਲਾ ਦਿੱਤਾ ਤੇ ਆਪ ਜਾ ਕੇ ਉਸ ਦੇ ਬੈੱਡ ਤੇ ਸੋ ਗਈ। ਅੱਧੀ ਰਾਤ ਗੁਜ਼ਰ ਚੁੱਕੀ ਸੀ ਪਰ ਹਾਲੇ ਵੀ ਮੇਰਾ ਧਿਆਨ ਨਸੀਬੋ ਵੱਲ ਹੀ ਸੀ। ਪਤਾ ਨਹੀਂ ਉਹ ਠੀਕ ਹੋਵੇਗੀ ਜਾਂ ਨਹੀਂ। ਜੇਕਰ ਕਿਸੇ ਨੂੰ ਪਤਾ ਚੱਲ ਗਿਆ ਤਾਂ ਕੀ ਹੋਵੇਗਾ ਤੇ ਕੱਲ ਤਾਂ ਨੂੰਹ ਤੇ ਬੇਟਾ ਵੀ ਸ਼ਹਿਰ ਚਲੇ ਜਾਣਗੇ। ਮੈਂ ਇਸੇ ਸੋਚ ਵਿੱਚ ਗੁੰਮ ਸੀ ਕਿ ਮੈਨੂੰ ਕਮਰੇ ਵਿੱਚ ਕਿਸੇ ਦੇ ਪੈਰਾਂ ਦੀ ਆਵਾਜ਼ ਸੁਣਾਈ ਦਿੱਤੀ। ਕੁਝ ਹੀ ਮਿੰਟਾਂ ਵਿੱਚ ਕਮਰੇ ਵਿੱਚ ਧੂੰਆਂ ਫੈਲਣਾ ਸ਼ੁਰੂ ਹੋ ਗਿਆ ਜੋ ਮੇਰੇ ਦਿਮਾਗ ਨੂੰ ਚੜਿਆ ਤੇ ਮੈਂ ਇੱਕਦਮ ਉੱਠ ਬੈਠੀ। ਇਸ ਵੇਲੇ ਕਮਰੇ ਵਿੱਚ ਕੌਣ ਹੋ ਸਕਦਾ ਸੀ, ਪਰ ਜਿਵੇਂ ਹੀ ਮੈਂ ਉੱਠੀ ਮੇਰੀ ਰੂਹ ਕੰਬ ਗਈ ਕਿਉਂਕਿ ਕਮਰੇ ਵਿੱਚ ਉਸ ਵੇਲੇ ਕੋਈ ਹੋਰ ਨਹੀਂ ਬਲਕਿ ਨਸੀਬੋ ਦੀ ਸਖੀ ਭਾਬੀ ਸਿੰਮੀ ਸੀ। ਉਹ ਮੈਨੂੰ ਦੇਖ ਕੇ ਡਰ ਗਈ। ਮੈਂ ਕਮਰੇ ਦੀ ਲਾਈਟ ਜਗਾਈ। ਉਸ ਵੇਲੇ ਉਸਦੇ ਹੱਥ ਵਿੱਚ ਕੋਈ ਮਿੱਠੀ ਚੀਜ਼ ਸੀ। ਮੈਂ ਗੁੱਸੇ ਵਿੱਚ ਉਸ ਨੂੰ ਪੁੱਛਣ ਲੱਗੀ ਕਿ ਤੂੰ ਇੱਥੇ ਨਸੀਬੋ ਦੇ ਕਮਰੇ ਵਿੱਚ ਕੀ ਕਰ ਰਹੀ ਹੈ ਤੇ ਆਹ ਧੂੰਆਂ ਕਿਸ ਚੀਜ਼ ਦਾ ਹੈ। ਮੇਰੀ ਗੱਲ ਸੁਣ ਕੇ ਉਹ ਸਾਫ਼ ਮੁੱਕਰ ਗਈ, ਪਰ ਮੈਨੂੰ ਪਤਾ ਲੱਗ ਗਿਆ ਸੀ ਕਿ ਨਸੀਬੋ ਦੀ ਇਸ ਹਾਲਤ ਦੇ ਪਿੱਛੇ ਸਿੰਮੀ ਹੀ ਹੈ। ਮੇਰੀ ਆਵਾਜ਼ ਸੁਣ ਰਮਨ ਤੇ ਮੇਰਾ ਪਤੀ ਵੀ ਉੱਥੇ ਆ ਗਏ। ਰਮਨ ਨੇ ਆਉਂਦੇ ਹੀ ਕਮਰੇ ਦੀਆਂ ਖਿੜਕੀਆਂ ਖੋਲ੍ਹੀਆਂ ਤਾਂ ਜੋ ਧੂੰਆਂ ਬਾਹਰ ਨਿਕਲੇ। ਉਸ ਦੇ ਹੱਥ ਵਿੱਚੋਂ ਮੈਂ ਖਾਣਾ ਲੈ ਕੇ ਸੁੱਟ ਦਿੱਤਾ ਤੇ ਕਿਹਾ, ਸੱਚ ਦੱਸ, ਨਹੀਂ ਤਾਂ ਇਸ ਵੇਲੇ ਤੈਨੂੰ ਘਰ ਤੋਂ ਕੱਢ ਦੇਵਾਂਗੀ। ਕੀ ਕੀਤਾ ਹੈ ਤੂੰ ਨਸੀਬੋ ਨਾਲ? ਰਮਨ ਤੇ ਉਸਦੇ ਪਾਪਾ ਹੈਰਾਨ ਸਨ। ਉਹ ਮੈਨੂੰ ਕਹਿਣ ਲੱਗੇ, ਕੀ ਹੋ ਗਿਆ ਤੈਨੂੰ? ਉਹ ਅਜਿਹਾ ਕਿਉਂ ਕਰੇਗੀ? ਮੈਂ ਉਹਨਾਂ ਨੂੰ ਚੁੱਪ ਕਰਵਾ ਦਿੱਤਾ ਤੇ ਕਿਹਾ, ਸੱਚ ਦੱਸ, ਨਹੀਂ ਤਾਂ ਤੇਰੇ ਮਾਂ-ਬਾਪ ਨੂੰ ਤੇਰੀ ਕਰਤੂਤ ਦੱਸਾਂਗੀ। ਇਹ ਸੁਣਦੇ ਹੀ ਸਿੰਮੀ ਕਹਿਣ ਲੱਗੀ, ਨਸੀਬੋ ਦੀ ਇਸ ਹਾਲਤ ਦੀ ਜ਼ਿੰਮੇਵਾਰ ਮੈਂ ਹਾਂ। ਉਹ ਨਸੀਬੋ ਦੀ ਖੂਬਸੂਰਤੀ ਤੋਂ ਮੱਚਦੀ ਸੀ ਤੇ ਇਹ ਹੀ ਨਹੀਂ, ਰਮਨ ਤੇ ਅਸੀਂ ਸਾਰੇ ਨਸੀਬੋ ਕਰਦੇ ਰਹਿੰਦੇ ਸੀ ਜੋ ਉਸ ਨੂੰ ਪਸੰਦ ਨਹੀਂ ਸੀ। ਉਹ ਲੰਬੜਦਾਰਾਂ ਦੇ ਘਰ ਨਸੀਬੋ ਲਈ ਕੋਈ ਦਵਾਈ ਲੈਣ ਜਾਂਦੀ ਸੀ ਤੇ ਉਹ ਧੂੰਆਂ ਰੋਜ਼ ਰਾਤ ਨੂੰ ਉਸ ਦੇ ਕਮਰੇ ਵਿੱਚ ਕਰਦੀ ਜਿਸ ਨਾਲ ਨਸੀਬੋ ਬਿਮਾਰ ਹੋ ਜਾਵੇ, ਉਸ ਦੇ ਸਰੀਰ ਦੇ ਅੰਗ ਖਰਾਬ ਹੋ ਜਾਣ, ਫੇਫੜੇ ਫੁੱਲ ਜਾਣ। ਮੈਨੂੰ ਉਸ ਔਰਤ ਦੀ ਗੱਲ ਯਾਦ ਆ ਗਈ ਜਿਸਨੇ ਮੈਨੂੰ ਕਿਹਾ ਸੀ ਕਿ ਉਸਨੇ ਸਿੰਮੀ ਨੂੰ ਕਈ ਵਾਰ ਲੰਬੜਦਾਰਾਂ ਦੇ ਘਰ ਜਾਂਦੇ ਹੋਏ ਦੇਖਿਆ,
ਪਰ ਮੇਰੀ ਨੂੰਹ ਨੇ ਮੈਨੂੰ ਝੂਠ ਬੋਲਿਆ ਸੀ। ਰਮਨ ਆਪਣੀ ਪਤਨੀ ਦੇ ਮੂੰਹੋਂ ਇਹ ਸਭ ਸੁਣ ਕੇ ਬਹੁਤ ਗੁੱਸੇ ਤੇ ਦੁੱਖ ਦੀ ਹਾਲਤ ਵਿੱਚ ਸੀ। ਉਸ ਨੇ ਮੈਨੂੰ ਨਸੀਬੋ ਬਾਰੇ ਪੁੱਛਿਆ ਤਾਂ ਮੈਂ ਉਸ ਨੂੰ ਦੱਸਿਆ ਕਿ ਉਹ ਸਟੋਰ ਰੂਮ ਵਿੱਚ ਹੈ। ਉਹ ਆਪਣੀ ਭੈਣ ਦੇ ਫੁੱਲੇ ਹੋਏ ਪੇਟ ਨੂੰ ਦੇਖ ਕੇ ਡਰ ਗਿਆ, ਪਰ ਉਸ ਨੂੰ ਸੱਚ ਦਾ ਪਤਾ ਲੱਗ ਗਿਆ ਸੀ ਕਿ ਉਸ ਦੀ ਪਤਨੀ ਨੇ ਕੀ ਕੀਤਾ ਹੈ। ਸਾੜੇ ਤੇ ਗੁੱਸੇ ਦੀ ਅੱਗ ਵਿੱਚ ਉਸਨੇ ਮੇਰੀ ਮਾਸੂਮ ਬੱਚੀ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਸੀ। ਰਮਨ ਨੇ ਫੌਰਨ ਹੀ ਸਿੰਮੀ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਅਗਲੀ ਸਵੇਰ ਮੈਂ ਆਪਣੇ ਬੇਟੇ ਦੇ ਨਾਲ ਆਪਣੀ ਬੇਟੀ ਨੂੰ ਹਸਪਤਾਲ ਲੈ ਕੇ ਗਈ। ਡਾਕਟਰ ਨੇ ਦੱਸਿਆ ਕਿ ਇਸ ਨੂੰ ਕੋਈ ਜ਼ਹਿਰੀਲੀ ਚੀਜ਼ ਦਿੱਤੀ ਜਾਂਦੀ ਰਹੀ ਹੈ, ਜਿਸ ਨਾਲ ਇਸ ਦਾ ਸਰੀਰ ਫੁੱਲ ਗਿਆ ਸੀ। ਪਰ ਤੁਸੀਂ ਚਿੰਤਾ ਨਾ ਕਰੋ, ਤੁਹਾਡੀ ਬੇਟੀ ਠੀਕ ਹੋ ਜਾਵੇਗੀ। ਨਸੀਬੋ ਦਾ ਇਲਾਜ ਚੱਲ ਰਿਹਾ ਹੈ। ਮੇਰੇ ਪਤੀ ਨੂੰ ਲੱਗਦਾ ਹੈ ਕਿ ਇਹ ਸਭ ਉਹਨਾਂ ਦੇ ਕਾਰਨ ਹੋਇਆ ਹੈ। ਜੇਕਰ ਉਹ ਉਸ ਕੁੜੀ ਨੂੰ ਆਪਣੇ ਘਰ ਦੀ ਨੂੰਹ ਨਾ ਬਣਾਉਂਦੇ ਤਾਂ ਉਹਨਾਂ ਦੀ ਬੇਟੀ ਠੀਕ ਹੁੰਦੀ। ਨਸੀਬੋ ਦਾ 2 ਮਹੀਨੇ ਤੋਂ ਇਲਾਜ ਹੋ ਰਿਹਾ ਸੀ ਤੇ ਮੈਂ ਉਸ ਡਾਕਟਰ ਕੋਲ ਗਈ ਜਿਸ ਨੇ ਬਿਨਾਂ ਟੈਸਟ ਕੀਤੇ ਮੇਰੀ ਬੇਟੀ ਤੇ ਇਲਜ਼ਾਮ ਲਗਾ ਦਿੱਤਾ ਸੀ ਤੇ ਮੈਂ ਉਸ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ ਕਿ ਤੇਰੇ ਵਰਗੇ ਡਾਕਟਰਾਂ ਕਰਕੇ ਹੀ ਲੋਕਾਂ ਦੀਆਂ ਜ਼ਿੰਦਗੀਆਂ ਖਤਮ ਹੁੰਦੀਆਂ ਹਨ। ਜੇਕਰ ਤੂੰ ਉਸ ਵੇਲੇ ਟੈਸਟ ਕਰ ਲੈਂਦੀ ਤਾਂ ਸ਼ਾਇਦ ਮੇਰੇ ਬੱਚੇ ਦੀ ਇਹ ਹਾਲਤ ਨਾ ਹੁੰਦੀ। ਉਸ ਨੇ ਮੇਰੇ ਤੋਂ ਮਾਫੀ ਮੰਗੀ। ਨਸੀਬੋ ਆਪਣੀ ਹਾਲਤ ਦੇਖ ਕੇ ਡਰ ਚੁੱਕੀ ਸੀ, ਜਿਸ ਦਾ ਸਿੱਧਾ ਅਸਰ ਉਸ ਦੇ ਦਿਮਾਗ ਤੇ ਹੋਇਆ ਸੀ ਤੇ ਉਹ ਕਿਸੇ ਨਾਲ ਗੱਲ ਨਹੀਂ ਕਰਦੀ ਸੀ। ਮੈਂ ਉਸ ਔਰਤ ਕੋਲੋਂ ਵੀ ਨਸੀਬੋ ਦਾ ਇਲਾਜ ਜਾਰੀ ਰੱਖਿਆ। ਮੇਰੀ ਨੂੰਹ ਈਰਖਾ ਦੀ ਅੱਗ ਵਿੱਚ ਇਸ ਹੱਦ ਤੱਕ ਅੰਨੀ ਹੋ ਚੁੱਕੀ ਸੀ ਕਿ ਉਸ ਨੂੰ ਮੇਰੀ ਬੇਟੀ ਦੀ ਮਾਸੂਮੀਅਤ ਵੀ ਨਜ਼ਰ ਨਹੀਂ ਆਈ। ਇੱਕ 10 ਸਾਲ ਦੀ ਬੱਚੀ ਤੋਂ ਉਸ ਨੂੰ ਕੀ ਖਤਰਾ ਹੋ ਸਕਦਾ ਸੀ। ਉਹ ਤਾਂ ਸਾਰਾ ਦਿਨ ਭਾਬੀ ਭਾਬੀ ਕਰਦੀ ਨਹੀਂ ਥੱਕਦੀ ਸੀ। ਮੈਂ ਤੇ ਮੇਰੇ ਪਤੀ ਉਸ ਨੂੰ ਮਾਫ ਕਰ ਚੁੱਕੇ ਸੀ, ਪਰ ਮੇਰਾ ਬੇਟਾ ਉਸ ਨੂੰ ਮਾਫ ਕਰਨ ਨੂੰ ਤਿਆਰ ਨਹੀਂ ਸੀ। ਇਸ ਤਰ੍ਹਾਂ ਸਾੜੇ ਤੇ ਬਦਲੇ ਨਾਲ ਅਸੀਂ ਕਦੇ ਵੀ ਕਿਸੇ ਦਾ ਦਿਲ ਨਹੀਂ ਜਿੱਤ ਸਕਦੇ, ਬਲਕਿ ਦਿਲਾਂ ਤੋਂ ਉਤਰ ਜਾਂਦੇ ਹਾਂ, ਜਿਵੇਂ ਮੇਰੀ ਨੂੰਹ ਉਤਰ ਗਈ ਸੀ। ਉਸ ਦੀ ਗਲਤੀ ਨੂੰ ਅਸੀਂ ਮਾਫ ਤਾਂ ਕਰ ਦਿੱਤਾ ਸੀ ਕਿਉਂਕਿ ਉਹ ਮੇਰੇ ਬੇਟੇ ਦੇ ਬੱਚੇ ਦੀ ਮਾਂ ਬਣ ਚੁੱਕੀ ਸੀ, ਪਰ ਦਿਲਾਂ ਵਿੱਚ ਆਈ ਨਫ਼ਰਤ ਨੂੰ ਕੋਈ ਖਤਮ ਨਹੀਂ ਕਰ ਸਕਦਾ। ਇਸ ਲਈ ਕਦੇ ਵੀ ਕਿਸੇ ਦਾ ਘਰ ਬਰਬਾਦ ਕਰਕੇ ਉਸ ਤੇ ਆਪਣੇ ਘਰ ਦੀ ਨੀਂਹ ਨਾ ਰੱਖੋ। ਕਹਾਣੀ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਹੁਣ ਮਿਲਦੀ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਧੰਨਵਾਦ।